ਇਹ ਰੈਲੀ ਸ਼ਕਤੀ ਪ੍ਰਦਰਸ਼ਨ ਸੀਗਾ ਜਾਂ ਸਿੱਧੇ ਤੌਰ ਦੇ ਉੱਤੇ ਹਾਈ ਕਮਾਂਡ ਨੂੰ ਵਾਰਨਿੰਗ ਸੀ? ਇਹ ਸ਼ਕਤੀ ਪ੍ਰਦਰਸ਼ਨ ਸਮਝ ਲਓ। ਪਾਸੇ ਤਾਂ ਪਾਰਟੀ ਬੀਜੇਪੀ ਚੋਂ ਅਨਿਲ ਜੋਸ਼ੀ ਉਹਨਾਂ ਨੂੰ ਲੈ ਕੇ ਆਉਂਦੀ ਹੈ ਤਾਂ ਤੁਰੰਤ ਫੈਸਲਾ ਲੈਂਦੇ ਹੈ, ਬੀਐਸਪੀ ਦੀ ਸੀਟ ਅਕਾਲੀ ਦਲ ਤੇ ਹਿੱਸੇ ਆ ਜਾਂਦੀ ਹੈ। ਦੂਸਰੇ ਪਾਸੇ ਤੁਹਾਡੀ ਸੀਟ ਬਦਲਣ ਲੱਗੇ ਪੁੱਛਿਆ ਵੀ ਨਹੀਂ ਜਾਂਦਾ। ਦੇਖੋ ਜੀ, ਮੈਨੂੰ ਤਾਂ ਇਸ ਗੱਲ ਦੀ ਸਮਝ ਹੀ ਨਹੀਂ ਆ ਰਹੀ ਵੀ ਇਹਨਾਂ ਨੇ ਕੀਤਾ ਕੀ ਆ। ਲੇਕਿਨ ਅੱਜ ਜਿਹੜਾ ਸ਼ਾਮ 84 ਚ ਅਕਾਲੀ ਦਲ ਖਤਮ ਕਰਤਾ, ਅਕਾਲੀ ਦਲ ਰੋਲ ਦਿੱਤਾ। ਕੁਰਬਾਨੀ ਤੁਹਾਡੀ ਦੇ ਦਿੱਤੀ। ਕੁਰਬਾਨੀ ਮੇਰੀ ਦੇ ਦਿੱਤੀ ਆ। ਕੁਰਬਾਨੀ ਮੇਰੀ ਨਹੀਂ ਦਿੱਤੀ, ਹਲਕੇ ਵਾਲਿਆਂ ਦੀ ਕੁਰਬਾਨੀ ਦੇ ਦਿੱਤੀ। ਔਰ ਪੂਰੇ ਜ਼ੋਰ ਦੇ ਨਾਲ ਕਰਾਂਗੇ। ਕਹਿੰਦੇ ਤੁਹਾਡੇ ਘਰ ਦਲਜੀਤ ਸਿੰਘ ਚੀਮਾ ਹੋਰੀ ਵੀ ਆਏ ਸੀ, ਉਦੋਂ ਕੀ ਗੱਲਬਾਤ ਹੋਈ? ਫਿਰ ਕੋਈ ਗੱਲਬਾਤ ਹੋਈ ਸੀ ਪ੍ਰਧਾਨ ਜੀ ਨੇ ਤੁਹਾਡੇ ਨਾਲ? ਕੋਈ ਫੋਨ ਤੇ ਰਾਬਤਾ ਜਾਂ ਇਸ ਫੈਸਲੇ ਨੂੰ ਲੈਣ ਤੋਂ ਪਹਿਲਾਂ ਕੋਈ ਵਿਚਾਰ ਚਰਚਾ ਹੋਈ ਜਾਂ ਤੁਹਾਡੇ ਵੱਲੋਂ ਕੋਈ ਰਾਬਤਾ ਕੀਤਾ ਗਿਆ? ਪ੍ਰਕਾਸ਼ ਸਿੰਘ ਬਾਦਲ ਹੋਰਾਂ ਨਾਲ ਗੱਲਬਾਤ ਹੋਈ ਸੀ ਕੋਈ? ਦੇਖੋ, ਕਈ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਡਿਸਕਲੋਜ਼ ਨਹੀਂ ਕਰ ਸਕਦੀ, ਪਰ ਮੈਂ ਇਹ ਸੋਚਦੀ ਸੀ ਕਿ ਮੇਰੀ ਸੀਟ ਤਾਂ ਨਹੀਂ ਬਦਲੀ ਜਾ ਸਕਦੀ ਕਿ ਉਹ ਮੇਰੀ 101% ਸੀਟ ਨਿਕਲੀ ਹੋਆ। ਔਰ ਮੈਂ ਇਹ ਵੀ ਸਮਝਦੀ ਸੀ ਕਿ 1997 ਤੋਂ ਲੈ ਕੇ ਅੱਜ ਤੱਕ ਮੈਂ ਇੱਥੇ ਅਕਾਲੀ ਦਲ ਬਣਾਇਆ। ਇੱਕ ਪੈਂਫਲੇਟ ਤੁਸੀਂ ਹਰ ਪਿੰਡ ਦੇ ਵਿੱਚ ਦੇ ਰਹੇ ਹੋ 2007 ਤੋਂ ਲੈ ਕੇ 2017 ਤੱਕ। ਬਹੁਤ ਲੰਬੀ ਲਿਸਟ ਹੈ ਇਹਦੇ ਵਿੱਚ। ਸੜਕਾਂ ਦੇ ਜਾਲ ਬੀਬੀਆਂ ਲਈ, ਭੈਣਾਂ ਲਈ, ਨੌਜਵਾਨਾਂ ਦੇ ਲਈ। 2017 ਦੇ ਵਿੱਚ ਤੀਜੇ ਨੰਬਰ ਤੇ ਕਿਉਂ ਰਹਿ ਗਏ ਫਿਰ? ਤੇ ਮੈਂ ਇਕੱਲੀ ਥੋੜਾ ਨਹੀਂ ਹਾਂ, ਵੱਡੇ ਵੱਡੇ ਲੀਡਰ ਵੀ ਰਹਿ ਗਏ। ਪਾਰਟੀ ਦੇ ਵਿੱਚੋਂ ਵੀ ਅਜਿਹੀਆਂ ਸੁਰਾਂ ਉੱਠੀਆਂ ਵੀ ਇੱਥੋਂ ਤੱਕ ਕਹਿ ਦਿੱਤਾ ਬੀਬੀ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ, ਵੱਡੇ ਘੁਟਾਲਿਆਂ ਦੇ ਇਲਜ਼ਾਮ ਵੀ ਤੁਹਾਡੇ ਉੱਤੇ ਲਗਾ ਦਿੱਤੇ। ਲੱਗਦਾ ਸੀਗਾ ਵੀ ਉਹਦਾ ਖਮਿਆਜ਼ਾ ਜਾਂ ਉਹ ਜਿਹੜੀ ਬਗਾਵਤ ਟੁੱਟੀ ਸੀ ਜਾਂ ਉਹ ਇਲਜ਼ਾਮ ਤੁਹਾਡੀ ਜਿੱਤ ਦੇ ਵਿੱਚ ਰੋੜਾ ਬਣ ਗਏ? ਤੁਹਾਡੇ ਬੇਟੇ ਨੂੰ ਲੈ ਕੇ ਬੜੀ ਚਰਚਾ ਰਹਿੰਦੀ ਹੈ, ਉਹ ਵੀ ਇਲਜ਼ਾਮ ਲੱਗ ਜਾਂਦਾ, ਕਹਿੰਦੇ ਬੇਟੇ ਦੀ ਦਖਲ ਅੰਦਾਜ਼ੀ ਬਹੁਤ ਰਹਿੰਦੀ ਤੁਹਾਡੀ ਸਿਆਸਤ 'ਚ। ਆਜ਼ਾਦ ਲੜੋਗੇ? ਬਿਲਕੁਲ ਆਜ਼ਾਦ ਲੜਾਂਗੇ। ਜੇ ਆਜ਼ਾਦ ਲੜਦੇ ਹੋ, ਸੁਭਾਵਿਕ ਤੌਰ ਤੇ ਲੜਨਾ ਹੀ ਹੈ, ਜਿਸ ਤਰੀਕੇ ਦਾ ਫੈਸਲਾ ਤੁਸੀਂ ਲੈ ਲਿਆ, ਇਹ ਫਿਰ ਵਾਪਸੀ ਅਕਾਲੀ ਦਲ 'ਚ ਹੋਊਗੀ ਜਾਂ ਨਹੀਂ ਹੋਊਗੀ? ਮੇਰਾ ਕੋਈ ਵਿਚਾਰ ਨਹੀਂ ਗਾ। ਯਾਰ ਵਿੱਚ ਵਿਚਾਲੇ ਕੋਈ ਵੱਡੇ ਲੀਡਰ ਆ ਕੇ ਪ੍ਰਕਾਸ਼ ਸਿੰਘ ਬਾਦਲ ਹੋਰੀ ਘਰੇ ਆਏ ਤੇ ਤੁਹਾਡੇ ਮਨਾਉਣ, ਫਿਰ ਇਹ ਗੱਲਾਂ ਬਾਅਦ ਦੀਆਂ ਹੈ। ਤਾਂ ਪਾਰਟੀ ਵੱਲੋਂ ਲੱਗ ਰਿਹਾ ਤੁਹਾਨੂੰ ਵੀ ਅਕਾਲੀ ਦਲ ਵੱਲੋਂ ਸਿੱਧੇ ਤੌਰ ਤੇ ਧੱਕਾ ਹੋ ਗਿਆ? ਤੁਹਾਡਾ ਮਨ ਦੇ ਵਿੱਚ ਅਫਸੋਸ ਹੈ ਵੀ ਜੀ ਕੋਈ ਦੁੱਖ ਦਰਦ ਆਉਂਦਾ? 20 ਸਾਲ ਦਾ ਲੰਮਾ ਕਾਰਜਕਾਲ ਅਕਾਲੀ ਦਲ ਦੇ ਨਾਲ ਰਹੇ ਹੋ, ਤੁਹਾਡੇ ਪਿਤਾ ਜੀ ਵੀ ਰਹੇ ਹੋ, ਮਨ ਭਰਦਾ ਤੁਹਾਡਾ? ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਕਹਿੰਦੇ ਨੇ ਕਿ ਸਿਆਸਤ ਦੇ ਵਿੱਚ ਕੋਈ ਵੀ ਸਗਾ ਨਹੀਂ ਹੁੰਦਾ। ਇੱਥੇ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਤੇ ਸਿਆਸੀ ਫਿਜ਼ਾ ਦਾ ਮਾਹੌਲ ਦੇਖਣ ਤੋਂ ਬਾਅਦ ਕਈ ਅਜਿਹੇ ਫੈਸਲੇ ਲੈ ਲਏ ਜਾਂਦੇ ਨੇ ਕਿ ਮੋਰਲੀ ਕਤਾਰ 'ਚ ਬੈਠੇ ਲੀਡਰਾਂ ਨੂੰ ਸਾਈਡ ਲਾਈਨ ਕਰਕੇ ਨਵਿਆਂ ਨੂੰ ਮੌਕਾ ਦੇ ਦਿੱਤਾ ਜਾਂਦਾ ਹੈ। ਕੁਝ ਅਜਿਹਾ ਹੀ ਹੋਇਆ ਹੈ। ਸ਼ਾਮ 84 ਤੋਂ 3 ਵਾਰ ਵਿਧਾਇਕ ਰਹੇ ਔਰ ਪੰਜਾਬ ਦੇ ਵਿੱਚ ਸਟੇਟ ਮੰਤਰੀ ਵੀ ਰਹੇ ਬੀਬੀ ਮਹਿੰਦਰ ਕੌਰ ਜੋਸ਼ੀ ਹੋਰਾਂ ਦੇ ਨਾਲ। ਬੀਬੀ ਜੀ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਬੀਬੀ ਜੀ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬੀਬੀ ਜੀ, ਬੀਬੀ ਮਹਿੰਦਰ ਕੌਰ ਜੀ ਹੋਰਾਂ ਦਾ ਜੋਸ਼ ਘਟਿਆ ਕਿ ਵਧਿਆ ਇਸ ਫੈਸਲੇ ਤੋਂ ਬਾਅਦ? ਦੇਖੋ, ਮੇਰਾ ਘਟਿਆ ਤਾਂ ਨਹੀਂ, ਮੇਰਾ ਤਾਂ ਜੋਸ਼ ਵਧਿਆ। ਅੱਗੇ ਨਾਲੋਂ ਜ਼ਿਆਦਾ ਜੋਸ਼ ਵਧਿਆ, ਕਿਉਂਕਿ ਜਦੋਂ ਕਿਸੇ ਤੇ ਭਾਰੀ ਪੈਂਦੀ ਹੈ ਤਾਂ ਜੇ ਉਹ ਜੋਸ਼ ਘਟਾ ਦੇਵੇ ਤਾਂ ਫਿਰ ਘਟ ਜਾਂਦਾ, ਤੇ ਜੇ ਉਹ ਸਟਰੋਂਗ ਹੋਵੇ ਤਾਂ ਫਿਰ ਵੱਧ ਜਾਂਦਾ। ਜਿਵੇਂ ਅੱਜ ਦੀ ਤੁਸੀਂ ਰੈਲੀ ਵੀ ਰੱਖੀ ਸੀ, ਕਿਸਾਨਾਂ ਦੇ ਫੈਸਲੇ ਤੋਂ ਬਾਅਦ ਇਸ ਰੈਲੀ ਨੂੰ ਅੱਜ ਪੋਸਟਪੋਨ ਕੀਤਾ ਗਿਆ ਅਗਲੇ ਸਮੇਂ ਦੇ ਲਈ। ਇਹ ਰੈਲੀ ਸ਼ਕਤੀ ਪ੍ਰਦਰਸ਼ਨ ਸੀਗਾ ਜਾਂ ਸਿੱਧੇ ਤੌਰ ਦੇ ਉੱਤੇ ਹਾਈ ਕਮਾਂਡ ਨੂੰ ਵਾਰਨਿੰਗ ਸੀ? ਦੇਖੋ, ਇਹ ਜਿਹੜੀ ਰੈਲੀ ਸੀਗੀ ਨਾ, ਇਹ ਅਸੀਂ ਪੋਸਟਪੋਨ ਇਸ ਕਰਕੇ ਕੀਤੀ ਹੈ ਕਿ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ। ਜੋ ਫੈਸਲਾ ਕਿਸਾਨਾਂ ਨੇ ਕੀਤਾ ਉਹਦੇ ਨਾਲ ਅਸੀਂ ਸਹਿਮਤ ਹੋ ਗਏ ਔਰ ਉਹਨਾਂ ਨਾਲ ਅਸੀਂ ਸਹਿਮਤ ਰਵਾਂਗੇ ਕਿਉਂਕਿ ਕਿਸਾਨਾਂ ਦੇ ਨਾਲ ਆ ਅਸੀਂ। ਦੂਸਰੀ ਗੱਲ ਜਿਹੜੀ ਇਹ ਆ ਕਿ ਇਹ ਸ਼ਕਤੀ ਪ੍ਰਦਰਸ਼ਨ ਸਮਝ ਲਓ, ਇਹ ਲੋਕਾਂ ਦੇ ਜਜ਼ਬਾਤ ਸਮਝ ਲਓ, ਲੋਕਾਂ ਦੀ ਗੱਲ ਸਮਝ ਲਓ, ਕਿਉਂਕਿ ਲੋਕ ਆਪਣੀ ਗੱਲ ਦੱਸਣੀ ਚਾਹੁੰਦੇ ਸੀਗੇ। ਚਲੋ ਕੋਈ ਗੱਲ ਨਹੀਂ, ਫਿਰ ਰੱਖ ਲਾਂਗੇ ਰੈਲੀ। ਜੇ ਪੋਸਟਪੋਨ ਵੀ ਹੋਈ ਆ ਕਿਸਾਨਾਂ ਕਰਕੇ ਅਸੀਂ ਕੀਤੀ ਆ, ਫਿਰ ਰੱਖੀ ਜਾਊਗੀ। ਬੀਬੀ ਜੀ, ਕੋਈ ਗੱਲਬਾਤ ਹੋਈ ਸੀ ਪ੍ਰਧਾਨ ਜੀ ਨੇ ਤੁਹਾਡੇ ਨਾਲ? ਕੋਈ ਫੋਨ ਤੇ ਰਾਬਤਾ ਜਾਂ ਇਸ ਫੈਸਲੇ ਨੂੰ ਲੈਣ ਤੋਂ ਪਹਿਲਾਂ ਕੋਈ ਵਿਚਾਰ ਚਰਚਾ ਹੋਈ ਜਾਂ ਤੁਹਾਡੇ ਵੱਲੋਂ ਕੋਈ ਰਾਬਤਾ ਕੀਤਾ ਗਿਆ? ਦੇਖੋ ਜੀ, ਮੈਨੂੰ ਅੱਜ ਤੋਂ 10 ਦਿਨ ਪਹਿਲਾਂ, ਉਸ ਤੋਂ ਪਹਿਲਾਂ ਵੀ ਥੋੜ੍ਹੀਆਂ ਜਿਹੀਆਂ ਕਿਆਸਰਾਈਆਂ ਲੱਗ ਰਹੀਆਂ ਸੀ ਕਿ ਤੁਹਾਡੀ ਸੀਟ ਜਿਹੜੀ ਬਦਲੀ ਜਾ ਸਕਦੀ ਆ, ਪਰ ਮੈਂ ਇਹ ਸੋਚਦੀ ਸੀ ਕਿ ਮੇਰੀ ਸੀਟ ਤਾਂ ਨਹੀਂ ਬਦਲੀ ਜਾ ਸਕਦੀ ਕਿ ਉਹ ਮੇਰੀ 101% ਸੀਟ ਨਿਕਲੀ ਹੋਆ। ਔਰ ਮੈਂ ਵੀ ਸਮਝਦੀ ਸੀ ਕਿ 1997 ਤੋਂ ਲੈ ਕੇ ਅੱਜ ਤੱਕ ਮੈਂ ਇੱਥੇ ਅਕਾਲੀ ਦਲ ਬਣਾਇਆ। ਇਹ ਪਹਿਲਾ ਸੀਟ ਜਿਹੜੀ ਸੀ ਕਾਂਗਰਸ ਕੋਲ ਰਹੀ ਆ ਔਰ ਇੱਥੇ ਮੈਂ ਅਕਾਲੀ ਦਲ ਨੂੰ ਬਣਾਉਂਦੀ ਰਹੀ ਆ। 20 ਸਾਲ ਹੋ ਗਏ ਮੈਨੂੰ ਅਕਾਲੀ ਦਲ ਨੂੰ ਬਣਾਉਂਦਿਆਂ।
ਲੇਕਿਨ ਜਦੋਂ ਇਹਨਾਂ ਨੇ ਬੀਜੇਪੀ ਨਾਲ ਦੇ ਬੰਦਿਆਂ ਨਾਲ ਸਮਝੌਤਾ ਕੀਤਾ, ਉਹਨਾਂ ਨੂੰ ਆਪਣੇ ਨਾਲ ਲੈ ਕੇ ਆਏ ਆ, ਤੇ ਉਦੋਂ ਇਹਨਾਂ ਨੇ ਜਿਹੜੀ ਮੇਰੀ ਸੀਟ ਆ ਉਹਨਾਂ ਦੇ ਐਵਜ ਵਿੱਚ ਮੇਰੀ ਸੀਟ ਦੇ ਦਿੱਤੀ ਹੈ ਬੀਐਸਪੀ ਨੂੰ, ਤੇ ਬੀਜੇਪੀ ਨੂੰ ਜਿਹੜੀਆਂ ਬੀਐਸਪੀ ਦੀਆਂ ਸੀਟਾਂ ਦੇ ਕੇ, ਔਰ ਸਾਡੇ ਹਲਕੇ ਨਾਲ ਧੋਖਾ ਹੋਇਆ, ਸਾਡੇ ਹਲਕੇ ਨਾਲ ਧੱਕਾ ਹੋਇਆ, ਸਾਡੇ ਅਕਾਲੀ ਦਲ ਨਾਲ ਧੱਕਾ ਹੋਇਆ। ਮੈਂ ਤਾਂ ਇਹ ਸਮਝਦੀ ਹਾਂ ਕਿਉਂਕਿ ਅਕਾਲੀ ਦਲ ਬਣਾਇਆ ਹੀ ਮੈਂ ਸੀ, ਇੱਥੇ ਤਾਂ ਹੈ ਹੀ ਨਹੀਂ ਸੀ ਅਕਾਲੀ ਦਲ। ਇਸ ਕਰਕੇ ਲੋਕਾਂ 'ਚ ਬਹੁਤ ਰੰਜਿਸ਼ ਆ, ਬਹੁਤ ਇਸ ਵੇਲੇ ਮਾਯੂਸ ਆ ਲੋਕੀ ਕਿ ਜਿਹੜੀ ਸਾਡੀ ਸੀਟ ਸੀਗੀ, ਨਿਕਲੀ ਹੋਈ ਸੀਟ ਸੀ, ਇਹਨੂੰ ਬਹੁਤ ਧੱਕਾ ਲਾਇਆ। ਇੱਕ ਪਾਸੇ ਤਾਂ ਪਾਰਟੀ ਬੀਜੇਪੀ ਚੋਂ ਅਨਿਲ ਜੋਸ਼ੀ ਉਹਨਾਂ ਨੂੰ ਲੈ ਕੇ ਆਉਂਦੀ ਹੈ ਤੇ ਤੁਰੰਤ ਫੈਸਲਾ ਲੈਂਦੇ ਆ, ਬੀਐਸਪੀ ਦੀ ਸੀਟ ਅਕਾਲੀ ਦਲ ਦੇ ਹਿੱਸੇ ਆ ਜਾਂਦੀ ਹੈ। ਦੂਸਰੇ ਪਾਸੇ ਤੁਹਾਡੀ ਸੀਟ ਬਦਲਣ ਲੱਗੇ ਪੁੱਛਿਆ ਵੀ ਨਹੀਂ ਜਾਂਦਾ ਤੁਹਾਡਾ? ਦੇਖੋ ਜੀ, ਮੈਨੂੰ ਤਾਂ ਇਸ ਗੱਲ ਦੀ ਸਮਝ ਹੀ ਨਹੀਂ ਆ ਰਹੀ ਵੀ ਇਹਨਾਂ ਨੇ ਕੀਤਾ ਕੀ ਆ, ਕਿਉਂਕਿ ਮੈਂ ਪੁਰਾਣੀ ਅਕਾਲੀ ਹਾਂ ਔਰ ਮੇਰੇ ਪਿਤਾ ਸਰਦਾਰ ਅਰਜਨ ਸਿੰਘ ਜੋਸ਼ ਬੜੇ ਪੁਰਾਣੇ ਸੀ, ਔਰ ਮੇਰਾ ਖਿਆਲ ਹੈ ਜੇਲ੍ਹਾਂ 'ਚ ਵੀ ਗਏ ਆ। ਮੈਂ ਛੋਟੀ ਹੁੰਦੀ ਸੀ ਤਾਂ ਜੇਲ੍ਹਾਂ 'ਚ ਵੀ ਗਏ ਆ ਉਹ, ਔਰ ਉਹ ਅਕਾਲੀ ਦਲ ਦਾ ਇੱਕ ਥੰਮ ਹੁੰਦੇ ਸੀਗੇ। ਲੇਕਿਨ ਅੱਜ ਜਿਹੜਾ ਸ਼ਾਮ 84 'ਚ ਅਕਾਲੀ ਦਲ ਖਤਮ ਕਰਤਾ, ਅਕਾਲੀ ਦਲ ਰੋਲ ਦਿੱਤਾ। ਕੁਰਬਾਨੀ ਤੁਹਾਡੀ ਦੇ ਦਿੱਤੀ? ਕੁਰਬਾਨੀ ਮੇਰੀ ਦੇ ਦਿੱਤੀ ਆ। ਕੁਰਬਾਨੀ ਮੇਰੀ ਨਹੀਂ ਦਿੱਤੀ, ਹਲਕੇ ਵਾਲਿਆਂ ਦੀ ਕੁਰਬਾਨੀ ਦੇ ਦਿੱਤੀ ਹੈ, ਕਿਉਂਕਿ ਹਲਕੇ ਵਾਲੇ ਜਿਹੜੇ ਆ ਉਹ ਦੇਖੋ, ਇਹ ਲੋਕਾਂ ਦੀ ਆਵਾਜ਼ ਹੈ, ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਤੇ ਹੁਣ ਜੋ ਮੈਨੂੰ ਕਹਿਣਗੇ ਸਾਰੇ ਮੇਰੇ ਵੋਟਰ ਤੇ ਸਪੋਰਟਰ, ਮੈਂ ਤਾਂ ਉਹੀ ਕਰੂੰਗੀ। ਅੱਛਾ, ਜਿਵੇਂ ਤੁਸੀਂ ਹੁਣ ਪਿੰਡ ਦੇ ਵਿੱਚ ਜਾ ਰਹੇ ਹੋ, ਲਗਾਤਾਰ ਕਹਿ ਰਹੇ ਹੋ ਵੀ ਮੇਰੇ ਨਾਲ ਧੱਕਾ ਹੋਇਆ ਹੈ, ਇਹ ਸਾਰੀ ਰਿਪੋਰਟ ਤੁਹਾਡੀ ਹਾਈ ਕਮਾਂਡ ਦੇ ਕੋਲ ਵੀ ਜਾਰੀ ਹੋਊਗੀ। ਕੋਈ ਹਾਈ ਕਮਾਂਡ ਨੂੰ ਕੋਈ ਅਸਤੀਫਾ ਜਾਂ ਹੁਣ ਅਜੇ ਤੱਕ ਪਾਰਟੀ ਦੇ ਵਿੱਚ ਹੈਗੇ ਹੋ ਤੁਸੀਂ, ਜਾਂ ਕੀ ਸਟੇਟਸ ਕੀ ਹੈ ਇਸ ਟਾਈਮ? ਦੇਖੋ ਜੀ, ਮੈਨੂੰ ਤਾਂ ਜਿੱਦਣ ਮੇਰੇ ਵਰਕਰਾਂ ਨੇ ਕਹਿਤਾ ਤੁਸੀਂ ਆਜ਼ਾਦ ਖੜੇ ਹੋਣਾ, ਫਿਰ ਮੇਰਾ ਪਾਰਟੀ ਦਾ ਕੀ ਸਵਾਲ ਹੋ ਗਿਆ ਜੀ? ਪਾਰਟੀ ਦਾ ਤਾਂ ਮਤਲਬ ਹੀ ਕੋਈ ਨਹੀਂ ਰਿਹਾ। ਮੈਂ ਤਾਂ ਹੁਣ ਜੋ ਮੇਰੇ ਵਰਕਰ ਕਹਿ ਰਹੇ ਮੈਂ ਉਹੀ ਕਰ ਰਹੀ ਹਾਂ। ਗੁੰਜਾਇਸ਼ ਹੈ ਵਾਪਸੀ ਦੀ? ਕਹਿੰਦੇ ਤੁਹਾਡੇ ਘਰ ਦਲਜੀਤ ਸਿੰਘ ਚੀਮਾ ਹੋਰੀ ਵੀ ਆਏ ਸੀ, ਉਦੋਂ ਕੀ ਗੱਲਬਾਤ ਹੋਈ ਫਿਰ? ਦੇਖੋ, ਗੱਲ ਇਹ ਆ ਵੀ ਦਲਜੀਤ ਸਿੰਘ ਚੀਮਾ ਹੁਣੀ ਅਨਾਉਂਸ ਕਰਕੇ ਟਿਕਟ ਫੇਰ ਆਏ ਆ ਸਾਡੇ ਕੋਲ, ਪਹਿਲਾਂ ਨਹੀਂ ਆਏ। ਟਿਕਟ ਉਸ ਵੇਲੇ ਅਨਾਉਂਸ ਹੋ ਗਈ ਸੀਗੀ, ਇੱਥੇ ਸੀਟ ਜਿਹੜੀ ਦੇ ਦਿੱਤੀ ਬੀਐਸਪੀ ਵਾਲਿਆਂ ਨੂੰ, ਤੇ ਅਨਾਉਂਸ ਕਰਕੇ ਮੇਰੇ ਕੋਲ ਹੈ। ਗੁੰਜਾਇਸ਼ ਕਾਹਦੀ ਹੈ ਜੀ? ਕੋਈ ਗੁੰਜਾਇਸ਼ ਨਹੀਂ। ਆਜ਼ਾਦ ਲੜੋਗੇ ਹੁਣ? ਬਿਲਕੁਲ ਆਜ਼ਾਦ ਲੜਾਂਗੇ। ਅੱਛਾ, ਇੱਕ ਪੈਂਫਲੇਟ ਤੁਸੀਂ ਹਰ ਪਿੰਡ ਦੇ ਵਿੱਚ ਦੇ ਰਹੇ ਹੋ 2007 ਤੋਂ ਲੈ ਕੇ 2017 ਤੱਕ, ਬਹੁਤ ਲੰਬੀ ਲਿਸਟ ਹੈ ਇਹਦੇ ਵਿੱਚ। ਸੜਕਾਂ ਦੇ ਜਾਲ ਬੀਬੀਆਂ ਲਈ, ਭੈਣਾਂ ਲਈ, ਨੌਜਵਾਨਾਂ ਦੇ ਲਈ। 2017 ਦੇ ਵਿੱਚ ਤੀਜੇ ਨੰਬਰ ਤੇ ਕਿਉਂ ਰਹਿ ਗਏ ਫਿਰ ਤੁਸੀਂ? ਇਹ ਤਾਂ ਸਾਰੇ ਹੀ ਰਹਿ ਗਏ, ਪੰਜਾਬ 'ਚ ਹੀ ਰਹਿ ਗਏ। ਇਸ ਕਰਕੇ ਕਿਉਂਕਿ ਜਿਹੜਾ ਆਮ ਆਦਮੀ ਦਾ ਉਸ ਵੇਲੇ ਬੋਲਬਾਲਾ ਹੋ ਗਿਆ, ਤੇ ਮੈਂ ਇਕੱਲੀ ਥੋੜਾ ਰਹੀ ਹਾਂ, ਵੱਡੇ ਵੱਡੇ ਲੀਡਰ ਵੀ ਰਹਿ ਗਏ, ਤੇ ਮੈਂ ਤਾਂ ਹੈ ਹੀ ਛੋਟੀ ਲੀਡਰ ਹਾਂ। ਇਸ ਕਰਕੇ ਉਹ ਸਾਰੇ ਪੰਜਾਬ 'ਚ ਹੀ ਰਹਿ ਗਿਆ। ਤੁਹਾਨੂੰ ਪਤਾ ਹੀ ਹੈ ਕਿੰਨੀਆਂ ਸੀਟਾਂ ਅਕਾਲੀ ਦਲ ਕੋਲ ਰਹਿ ਗਈਆਂ ਸੀ। ਅੱਛਾ, ਕੋਈ ਹੋਰ ਪਾਰਟੀ ਨੇ ਰਾਬਤਾ ਨਹੀਂ ਕੀਤਾ ਤੁਹਾਡੇ ਨਾਲ? ਕਿਤੇ ਉਹ ਕੋਈ ਸੁਣਿਆ, ਕੋਈ ਆਇਆ ਹੋਵੇ? ਨਹੀਂ, ਮੈਂ ਦੇਖੋ ਮੈਂ ਤੁਹਾਨੂੰ ਸਪਸ਼ਟ ਦੱਸ ਦਿੱਤਾ ਕਿ ਮੈਂ ਆਜ਼ਾਦ ਖੜੀ ਹਾਂ। ਮੇਰੇ ਵਰਕਰਾਂ ਦਾ ਫੈਸਲਾ ਜੋ ਹੋਊਗਾ ਉਹ ਕਰਾਂਗੇ। ਅੱਛਾ ਬੀਬੀ ਜੀ, 2017 ਤੋਂ ਥੋੜ੍ਹੀ ਚਿਰ ਪਹਿਲਾਂ ਚੱਲਦੇ ਆ, ਬਹੁਤ ਗੰਭੀਰ ਇਲਜ਼ਾਮ ਤੁਹਾਡੇ ਉੱਤੇ ਲੱਗੇ। ਪਾਰਟੀ ਦੇ ਵਿੱਚੋਂ ਵੀ ਅਜਿਹੀਆਂ ਸੁਰਾਂ ਉੱਠੀਆਂ ਵੀ ਇੱਥੋਂ ਤੱਕ ਕਹਿ ਦਿੱਤਾ ਬੀਬੀ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ, ਵੱਡੇ ਘੁਟਾਲਿਆਂ ਦੇ ਇਲਜ਼ਾਮ ਵੀ ਤੁਹਾਡੇ ਉੱਤੇ ਲਗਾ ਦਿੱਤੇ। ਲੱਗਦਾ ਸੀਗਾ ਵੀ ਉਹਦਾ ਖਮਿਆਜ਼ਾ ਜਾਂ ਉਹ ਜਿਹੜੀ ਬਗਾਵਤ ਉੱਠੀ ਸੀ ਜਾਂ ਉਹ ਇਲਜ਼ਾਮ ਤੁਹਾਡੀ ਜਿੱਤ ਦੇ ਵਿੱਚ ਰੋੜਾ ਬਣ ਗਏ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਹੁਣ ਮੇਰੀ ਗੱਲ ਤਾਂ ਤੁਸੀਂ ਛੱਡੋ, ਜਿਹੜੇ ਵੱਡੇ ਵੱਡੇ ਲੀਡਰ ਹਰ ਗਏ ਉਹਨਾਂ ਤੇ ਕੀ ਸੀਗਾ? ਠੀਕ ਆ ਜੀ, ਮੇਰੇ ਤੇ ਤਾਂ ਕੋਈ ਇਲਜ਼ਾਮ ਹੈ ਹੀ ਨਹੀਂ ਸੀ। ਹੁਣ ਇਲਜ਼ਾਮ ਲਾਉਣ ਦਾ ਕਿਹੜਾ ਆ? ਝੂਠੇ ਮਰਜ਼ੀ ਜਿੱਦ ਤੇ ਮਰਜ਼ੀ ਇਲਜ਼ਾਮ ਲਾ ਦਿਓ, ਮੂੰਹ ਖੋਲ੍ਹਣ ਨੂੰ ਕਿਹੜਾ ਟਾਈਮ ਲੱਗਦਾ? ਗੱਲ ਤਾਂ ਇਹ ਆ ਵੀ ਬੰਦਾ ਦੱਸੇ ਨਾ ਵੀ ਕਿਹੜਾ ਕੀਤਾ ਘੁਟਾਲਾ ਤੇ ਕਿਹੜਾ ਕੀਤਾ ਕੰਮ ਇਹੋ ਜਿਹਾ। ਗੱਲ ਤਾਂ ਇਹ ਆ ਵੀ ਇਲਜ਼ਾਮ ਜਿਹੜੇ ਲਾਉਣ ਵਾਲੇ ਉਹ ਆਪ ਹੀ ਝੂਠੇ ਆ। ਤੁਹਾਡੇ ਬੇਟੇ ਨੂੰ ਲੈ ਕੇ ਬੜੀ ਚਰਚਾ ਰਹਿੰਦੀ ਹੈ, ਉਹ ਵੀ ਇਲਜ਼ਾਮ ਲੱਗ ਜਾਂਦਾ, ਕਹਿੰਦੇ ਬੇਟੇ ਦੀ ਦਖਲ ਅੰਦਾਜ਼ੀ ਬਹੁਤ ਰਹਿੰਦੀ ਤੁਹਾਡੀ ਸਿਆਸਤ 'ਚ। ਮੇਰੇ ਬੇਟੇ ਨੇ ਕਦੀ ਦਖਲ ਅੰਦਾਜ਼ੀ ਨਹੀਂ ਕੀਤੀ, ਨਾ ਮੇਰੇ ਕਿਸੇ ਪਰਿਵਾਰ ਨੇ ਦਖਲ ਅੰਦਾਜ਼ੀ ਕੀਤੀ, ਕਿਉਂਕਿ ਜਿਹੜਾ ਬੰਦਾ ਕੰਮ ਕਰਦਾ ਦੂਸਰਿਆਂ ਨੂੰ ਚੁੱਭਦਾ ਆ। ਇਸ ਕਰਕੇ ਬੇਟੇ ਨਾਲ ਤੁਹਾਨੂੰ ਤੁਸੀਂ ਦੇਖ ਲਿਆ ਹੋਣਾ ਵੀ ਸਾਰੀਆਂ ਰੈਲੀਆਂ ਜਿਹੜੀਆਂ ਬੇਟੇ ਨੇ ਕੀਤੀਆਂ। ਲੇਕਿਨ ਇਲਜ਼ਾਮ ਲਾਉਣ, ਮੈਂ ਤੁਹਾਨੂੰ ਪਹਿਲੇ ਕਹਿਤਾ ਕਿ ਜਿਹੜੇ ਬੰਦੇ ਆਪ ਲਿਬੜੇ ਹੋਏ ਆ ਉਹ ਦੂਜਿਆਂ ਤੇ ਇਲਜ਼ਾਮ ਲਾਉਂਦੇ, ਜਿਹੜੇ ਆਪ ਨੇ ਲਿਬੜੇ ਦੂਜਿਆਂ ਤੇ ਇਲਜ਼ਾਮ ਨਹੀਂ ਲਾ ਸਕਦੇ। ਜੇ ਆਜ਼ਾਦ ਲੜਦੇ ਹੋ, ਸੁਭਾਵਿਕ ਤੌਰ ਤੇ ਲੜਨਾ ਹੀ ਹੈ, ਜਿਸ ਤਰੀਕੇ ਦਾ ਫੈਸਲਾ ਤੁਸੀਂ ਲੈ ਲਿਆ, ਇਹ ਫਿਰ ਵਾਪਸੀ ਅਕਾਲੀ ਦਲ 'ਚ ਹੋਊਗੀ ਜਾਂ ਨਹੀਂ ਹੋਊਗੀ? ਮੇਰਾ ਕੋਈ ਵਿਚਾਰ ਨਹੀਂਗਾ, ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਵੀ ਜਦੋਂ ਕੈਂਡੀਡੇਟ ਆਜ਼ਾਦ ਜਿੱਤ ਵੀ ਜਾਂਦਾ ਤੇ ਵਾਪਸ ਆਪਣੇ ਘਰ ਨੂੰ ਜਾਂਦਾ। ਕਹਿ ਦਿੱਤਾ ਕਿ ਮੇਰਾ ਕੋਈ ਵਿਚਾਰ ਨਹੀਂਗਾ। ਕਿਵੇਂ ਦੇਖ ਰਹੇ ਹੋ ਲੋਕਾਂ ਦਾ ਹੁੰਗਾਰਾ ਕਿਵੇਂ ਹੈ ਇਸ ਟਾਈਮ? ਬਿਲਕੁਲ, ਲੋਕੀ ਮੇਰੇ ਨਾਲ ਆ, ਆਪਾਂ ਸੀਟ ਕੱਢਾਂਗੇ, ਜਿੱਤਾਂਗੇ ਸੀਟ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨਾਲ ਗੱਲਬਾਤ ਹੋਈ ਸੀ ਕੋਈ? ਦੇਖੋ, ਕਈ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਡਿਸਕਲੋਜ਼ ਨਹੀਂ ਕਰ ਸਕਦੀ, ਇਸ ਕਰਕੇ ਮੈਂ ਤਾਂ ਤੁਹਾਨੂੰ ਦੱਸ ਦਿੱਤਾ ਕਿ ਮੈਂ ਆਜ਼ਾਦ ਲੜਨੀ ਹੈ, ਔਰ ਆਜ਼ਾਦ ਮੇਰੇ ਨਾਲ ਮੇਰਾ ਸਾਰਾ ਹਲਕਾ ਆ, ਔਰ ਜਿਤਾਉਣਗੇ ਵੀ ਇਹ। ਇਸ ਵਾਰ ਫਿਰ ਦੋ ਦਿੱਗਜ ਕੈਂਡੀਡੇਟ ਤੁਹਾਡੇ ਨਾਲ ਅੱਗੇ ਸਾਹਮਣੇ ਫੇਰ ਹੋਣਗੇ। ਉਧਰੋਂ ਸੁਭਾਵਿਕ ਤੌਰ ਦੇ ਉੱਤੇ ਆਦੀਆ ਸਾਹਿਬ ਦਾ ਜ਼ਿਕਰ ਹੋ ਰਿਹਾ, ਜਾਂ ਦੂਸਰੇ ਪਾਸੇ ਡਾਕਟਰ ਅਵਜੋਤ ਹੋਰਾਂ ਦਾ ਜ਼ਿਕਰ ਹੋ ਰਿਹਾ, ਤਾਂ ਟੱਕਰ ਦਿਓਗੇ ਇਸ ਵਾਰ?
ਬਿਲਕੁਲ ਪੂਰੀ ਟੱਕਰ ਦੇਵਾਂਗੇ। ਆਦੀਏ ਦਾ ਵੀ ਸਾਰਿਆਂ ਨੂੰ ਲੋਕਾਂ ਨੂੰ ਪਤਾ ਲੱਗ ਗਿਆ ਕਾਂਗਰਸ ਦਾ ਕੰਮ ਕਿੰਨਾ ਕੁ ਹੋਇਆ, ਤੇ ਰਵਜੋਤ ਦਾ ਵੀ ਪਤਾ 9000 ਪਾਰਲੀਮੈਂਟ 'ਚ ਵੋਟ ਪਈ ਸੀ। ਅੱਛਾ, ਕਾਂਗਰਸ ਦੇ ਕਾਰਜਕਾਲ ਨੂੰ ਲਗਭਗ 4.5 ਸਾਲ ਤੋਂ ਉੱਪਰ ਥੋੜਾ ਸਮਾਂ ਰਹਿ ਗਿਆ। ਦੱਸ ਦਿੱਤੀ ਆ ਗੱਲ ਕਿ ਆਹ ਦੇਖ ਲਓ, ਇਹਦੇ ਵਿੱਚ ਕਾਂਗਰਸ ਮੇਰੇ ਨਾਲ ਡਿਬੇਟ ਕਰਕੇ ਦੇਖ ਲਵੇ ਕਿ ਉਹਨਾਂ ਨੇ ਕਿਹੜਾ ਕੰਮ ਕੀਤਾ ਤੇ ਮੈਂ ਕਿਹੜਾ ਕੀਤਾ, ਮੈਂ ਦੱਸ ਸਕਦੀ ਹਾਂ। ਪਾਰਟੀ ਵੱਲੋਂ ਲੱਗ ਰਿਹਾ ਤੁਹਾਨੂੰ ਵੀ ਅਕਾਲੀ ਦਲ ਵੱਲੋਂ ਸਿੱਧੇ ਤੌਰ ਦੇ ਉੱਤੇ ਧੱਕਾ ਹੋ ਗਿਆ ਤੁਹਾਡੇ ਨਾਲ? ਨਹੀਂ, ਮੇਰੇ ਨਾਲ ਹੋਇਆ, ਮੇਰੇ ਨਾਲ ਨਹੀਂ, ਮੇਰੇ ਹਲਕੇ ਨਹੀਂ ਹੋਇਆ, ਮੇਰੇ ਹਲਕੇ ਨਹੀਂ ਹੋਇਆ। ਅੱਗੇ ਹੁਣ ਰਣਨੀਤੀ ਕਿਸ ਤਰੀਕੇ ਦੀ ਹੈ, ਕਿਸ ਤਰੀਕੇ ਦੇ ਨਾਲ ਇਹਨੂੰ ਵਧਾ ਰਹੇ ਹੋ? ਰਣਨੀਤੀ ਦੇਸ ਰਹੀ ਆ ਤੇ ਆਪਾਂ ਲੜਾਈ ਕਰਨੀ ਆ ਔਰ ਜਿੱਤਾਂਗੇ ਵੀ। ਜੇਕਰ ਵਿੱਚ ਵਿਚਾਲੇ ਕੋਈ ਵੱਡੇ ਲੀਡਰ ਆ ਕੇ ਪ੍ਰਕਾਸ਼ ਸਿੰਘ ਬਾਦਲ ਹੋਰੀ ਘਰੇ ਆ ਜਾਂਦੇ ਤੁਹਾਡੇ ਮਨਾਉਣ, ਫਿਰ ਇਹ ਗੱਲਾਂ ਬਾਅਦ ਦੀਆਂ, ਇਹ ਤਾਂ ਹੁਣ ਇਦਾਂ ਦੀ ਕੋਈ ਗੱਲ ਨਹੀਂ ਹੈਗੀ, ਇਹਨਾਂ ਦੇ ਬਾਰੇ ਚ ਬਾਅਦ ਚ ਵਿਚਾਰ ਕਰਾਂਗੇ। ਗੱਲਬਾਤ ਕਰਨ ਲਈ ਬੀਬੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਆਏ ਸਨ ਬੀਬੀ ਮਹਿੰਦਰ ਕੌਰ ਜੋਸ਼ ਜੀ, ਜਿਨ੍ਹਾਂ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਕਿਹਾ ਹੈ ਕਿ ਆਜ਼ਾਦ ਲੜਾਂਗੀ ਔਰ ਸੀਟ ਜਿੱਤ ਕੇ ਵੀ ਦਿਖਾਵਾਂਗੀ। ਇੱਕ ਲੰਬੀ ਲਿਸਟ ਉਹਨਾਂ ਦੇ ਵੱਲੋਂ 2007 ਤੋਂ ਲੈ ਕੇ 2017 ਤੱਕ ਆਪਣੇ ਕੀਤੇ ਕੰਮਾਂ ਦੀ ਬਣਾ ਕੇ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ, ਵੋਟਰਾਂ ਤੱਕ ਪਹੁੰਚਾਈ ਜਾ ਰਹੀ ਹੈ। ਔਰ ਇੰਨੇ ਕੰਮ ਕਰਨ ਦੇ ਬਾਵਜੂਦ ਹੁਣ ਬੀਬੀ ਜੀ ਹੁਣੀ ਅਕਾਲੀ ਦਲ ਤੋਂ ਲੱਗ ਹੋ ਗਏ ਨੇ ਔਰ ਆਜ਼ਾਦ ਲੜਨ ਦੇ ਲਈ ਦਿਨ ਰਾਤ ਤਿਆਰੀਆਂ ਕਰ ਰਹੇ ਨੇ। ਪਿੰਡਾਂ ਦੇ ਵਿੱਚ ਨੁੱਕੜ ਬੈਠਕਾਂ ਕੀਤੀਆਂ ਜਾ ਰਹੀਆਂ ਨੇ, ਵੋਟਰਾਂ ਦੇ ਨਾਲ ਸਿੱਧੇ ਤੌਰ ਦੇ ਉੱਤੇ ਰਾਬਤਾ ਕਾਇਮ ਕੀਤਾ ਜਾ ਰਿਹਾ। ਔਰ ਮਨ ਦੇ ਵਿੱਚ ਅਫਸੋਸ ਹੈ ਬੀਬੀ ਜੀ, ਕੋਈ ਦੁੱਖ ਦਰਦ ਆਉਂਦਾ? 20 ਸਾਲ ਦਾ ਲੰਮਾ ਕਾਰਜਕਾਲ ਅਕਾਲੀ ਦਲ ਦੇ ਨਾਲ ਰਹੇ ਹੋ, ਤੁਹਾਡੇ ਪਿਤਾ ਜੀ ਵੀ ਰਹੇ ਹੋ, ਮਨ ਭਰਦਾ ਤੁਹਾਡਾ? ਨਹੀਂ, ਮੇਰਾ ਨਹੀਂ ਮਨ ਭਰਿਆ ਕਦੀ, ਨਹੀਂ, ਜ਼ਿੰਦਗੀ 'ਚ ਕਦੀ ਮਨ ਭਰਿਆ ਹੀ ਨਹੀਂ। ਤਾਂ ਬਿਲਕੁਲ ਚਿਹਰਾ ਅਜੇ ਵੀ ਮੁਸਕਰਾ ਰਿਹਾ ਔਰ ਆਜ਼ਾਦ ਲੜਨਗੇ। ਦੇਖਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਿਆਸਤ ਕਿਸ ਪਾਸੇ ਨੂੰ ਕਰਵਟ ਲੈਂਦੀ ਹੈ, ਕਿਸ ਤਰੀਕੇ ਦਾ ਰੁਖ ਅਖਤਿਆਰ ਕਰਦੀ ਹੈ। ਹਾਲ ਦੀ ਘੜੀ ਬੀਬੀ ਜੀ ਆਜ਼ਾਦ ਚੋਣ ਲੜਨ ਦੇ ਲਈ ਪੂਰੀ ਤਰ੍ਹਾਂ ਤਿਆਰ ਨੇ ਔਰ ਲੋਕਾਂ ਦੇ ਨਾਲ ਸਿੱਧੇ ਤੌਰ ਦੇ ਉੱਤੇ ਰਾਬਤਾ ਵੀ ਕਰ ਰਹੇ ਨੇ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਨਾਲ ਸੁਖਵਿੰਦਰ ਸਿੰਘ, ਸ਼ਾਮ 84।